ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਹੋਈ ਸਰਬ ਕਲਿਆਣ, ਰਹਾਉ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਦੀ ਹੋ। ਗੁਰੂ ਪਾਤਸ਼ਾਹ ਦੀ ਅਪਰਿਪਾਰ ਬਖਸ਼ਿਸ਼ ਹੋਈ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਦਾ ਇਹ ਪਾਵਨ ਅਸਥਾਨ ਵਸਦੀ ਸਗਣੇ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸ ਮਲ ਜਾਏ ਨਾਇਆ ਰਾਮਦਾਸ ਸਰ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਿੱਖ ਇੱਕ ਵਾਰ ਯਾਦ ਕਰਦਾ ਹੈ, ਉਹ ਵਾਰ-ਵਾਰ ਯਾਦ ਕਰਦੇ ਹਨ। ਸਿੱਖ ਇੱਕ ਕਦਮ ਪੁੱਟਦਾ ਹੈ, ਗੁਰੂ ਕਰੋੜਾਂ ਕਦਮ ਅੱਗੋਂ ਹੋ ਕੇ ਲੈਂਦਾ ਹੈ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਆਪ ਇਸ ਸਥਾਨ ਤੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਪਹੁੰਚੇ ਹੋ। ਅੰਮ੍ਰਿਤ ਵੇਲੇ ਜੋ ਸੱਚਖੰਡ ਵਿਖੇ ਹੁਕਮ ਬਖਸ਼ਿਸ਼ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 619 ਤੇ ਸਵਾਇਮਾਨ ਹੈ, ਸੋਠ ਰਾਗ ਵਿੱਚੋਂ ਹੈ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਇਹ ਹੁਕਮ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਬੜੇ ਪਿਆਰ ਨਾਲ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ। ਗੁਰੂ ਕਾ ਸ਼ਬਦ ਦੇ ਆਦਰ ਨਾਲ ਸੁਣਨਾ ਹੈ। ਸੁਣਨ ਵਾਲੇ ਤੇ ਸੁਣਾਉਣ ਵਾਲੇ ਦੋਵੇਂ ਬਰਾਬਰ ਹੀ ਹਨ ਔਰ ਇੱਕ ਜੈਸੇ ਪਵਿੱਤਰ ਹੋ ਜਾਂਦੇ ਹਨ ਕਿ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ। ਰਲ ਮਿਲ ਕੇ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ ਤਾਂ ਕਿ ਗੁਰੂ ਕਾ ਹੁਕਮ ਸਮਝ ਵਿੱਚ ਆ ਜਾਏ, ਸਾਡਾ ਮਨ ਮੰਨ ਜਾਏ, ਫਿਰ ਇਸ ਦੀ ਕਮਾਈ ਕਰੀਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਗੁਰੂ ਕਾ ਸ਼ਬਦ ਤੀਰਥ ਹੈ, ਗੁਰ ਸਮਾਨ ਤੀਰਥ ਨਹੀਂ ਕੋਏ। ਇਹ ਜੇ ਅੰਦਰ ਵਸ ਗਿਆ ਤੇ ਅੰਦਰ ਹੀ ਤੀਰਥ ਬਣ ਜਾਏਗਾ। ਮਨ ਨਹਾਵਾ ਬੈਲ ਚੁਕਾਵਣੇ, ਮਨ ਇਸ਼ਨਾਨ ਕਰੇਗਾ ਗੁਰ ਸ਼ਬਦ ਦੇ ਸਰੋਵਰ ਵਿੱਚ। ਵਿਚਾਰ ਆਰੰਭ ਕਰੀਏ। ਸ਼ਬਦ ਦਾ ਮੁੱਖ ਭਾਵ, ਕੇਂਦਰੀ ਭਾਵ, ਜਿਸ ਤੇ ਬਾਕੀ ਸਾਰੀ ਵਿਚਾਰ ਹੈ, ਉਹ ਹੈ ਸਾਚਾ ਸਾਹਿਬ ਸਦ ਮਿਹਰਬਾਨ। ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਕਲਿਆਣ ਹੀ ਤੇ ਬੰਦਾ ਚਾਹੁੰਦਾ। ਕਲਿਆਣ ਦਾ ਅਰਥ ਹੈ ਸੁਖ। ਜਨਮ ਲਿਆ ਤੇ ਜਨਮ ਤੋਂ ਹੀ ਇੱਕ ਗੱਲ ਇਹ ਨਾਲ ਲੈ ਕੇ ਆਇਆ, ਉਹ ਕੀ ਹੈ? ਡਰ, ਭੈ। ਤੁਸੀਂ ਵੇਖਣਾ, ਬੱਚਾ ਅੱਗ ਵਿੱਚ ਹੱਥ ਪਾ ਦੇਵੇਗਾ, ਕਿਉਂ? ਉਸ ਦਾ ਅਨੁਭਵ ਕੋਈ ਨਹੀਂ। ਜੇ ਅਨੁਭਵ ਹੋ ਜਾਏ ਉਸ ਤੋਂ ਬਾਅਦ ਨਹੀਂ ਪਾਏਗਾ। ਪਰ ਧਮਕ ਤੋਂ ਡਰਦਾ। ਜੇਕਰ ਖੜਾਕ ਹੋਵੇ, ਬੱਚਾ ਡਰਦਾ। ਮਨੁੱਖ ਡਰ ਲੈ ਕੇ ਆਇਆ ਤੇ ਡਰ ਕਿਸ ਗੱਲ ਦਾ? ਇਹ ਸਹਿਮ ਕਿਸ ਗੱਲ ਦਾ ਹੈ?
ਜਿੰਨੇ ਡਰ ਨੇ ਸਾਰੇ ਜੋੜ ਲਈਏ, ਇਕੱਠੇ ਕਰ ਲਈਏ ਤੇ ਬਣਦੀ ਏ ਮੌਤ, ਕਿਤੇ ਮਰ ਨਾ ਜਾਵਾਂ। ਇੱਥੇ ਕੌਣ ਕੌਣ ਡਰ ਰਿਹਾ ਹੈ? ਡਰ ਪੇ ਧਰਤ ਆਕਾਸ਼ ਨਖਤਰਾ, ਧਰਤੀ ਡਰ ਰਹੀ ਹੈ, ਆਕਾਸ਼ ਡਰਦਾ, ਤਾਰੇ ਡਰਦੇ। ਡਰ ਪੈ ਧਰਤ ਆਕਾਸ਼ ਨਖਤਰਾ, ਸਿਰ ਉੱਪਰ ਅਮਰ ਕਰਾਰਾ। ਸਿਰ ਤੇ ਡਾਢੇ ਦਾ ਹੁਕਮ ਹੈ। ਪੌਣ ਪਾਣੀ ਬੈ ਸੰਤਰ, ਡਰ ਪੈ ਇੰਦਰ ਵਿਚਾਰਾ। ਪਵਨ ਇਹ ਹਵਾ ਡਰਦੀ ਹੈ, ਪਾਣੀ ਡਰਦਾ, ਇੰਦਰ ਡਰਦਾ ਹੈ। ਫਿਰ ਹੈ ਕੋਈ ਜਿਹੜਾ ਡਰਦਾ ਨਹੀਂ? ਇੱਕ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਗੁਰੂ ਨੂੰ ਮਿਲ ਕੇ ਜਿਹੜਾ ਰੱਬ ਦੇ ਗੁਣ ਗਾਉਂਦਾ ਉਹ ਨਹੀਂ ਡਰਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਸਿਆਣੇ ਸਤਪੁਰਸ਼ਾਂ ਜਿਨ੍ਹਾਂ ਮਨੁੱਖਤਾ ਦਾ ਇਤਿਹਾਸ ਲਿਖਿਆ, ਕਹਿੰਦੇ ਨੇ ਮਨੁੱਖ ਨੇ ਜਿਸ ਦਿਨ ਪਹਿਲੇ ਦਿਨ ਅੱਗ ਬਾਲਣੀ ਆ ਗਈ, ਬੜਾ ਖੁਸ਼ ਹੋਇਆ। ਜਾਨਵਰ ਅੱਗ ਤੋਂ ਡਰਦੇ ਸਨ। ਪ੍ਰਕਾਸ਼ ਹੁੰਦਾ ਸੀ, ਇਸ ਨੂੰ ਦਿਸਦਾ ਸੀ। ਇਸਨੇ ਬਾਕੀ ਦੇਵੀ ਦੇਵਤਿਆਂ ਦੇ ਵੀ ਸਹਾਰੇ ਲਏ। ਆਖਰ ਪਹੁੰਚਿਆ ਮਨੁੱਖ ਅਕਾਲ ਪੁਰਖ ਤੱਕ, ਤੇ ਸਭ ਤੋਂ ਉੱਪਰ ਪ੍ਰਮਾਤਮਾ ਹੈ, ਉਸ ਦਾ ਸਹਾਰਾ ਲਵਾਂ। ਕਰਦਾ ਕਰਦਾ ਪਹੁੰਚਿਆ, ਉਸ ਦਾ ਸਹਾਰਾ ਲੈਣ ਵਾਸਤੇ ਗੁਰੂ ਦੀ ਜ਼ਰੂਰਤ ਹੈ। ਗੁਰੂ ਕਿਰਪਾ ਕਰ। ਹੁਣ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਅਸੀਂ ਗੁਰੂ ਦੇ ਚਰਨ ਫੜੇ ਤੇ ਗੁਰੂ ਨੇ ਪ੍ਰਮਾਤਮਾ ਦੇ ਲੜ ਲਾਇਆ ਤੇ ਸਾਨੂੰ ਇੱਕ ਗੱਲ ਸਮਝਾਈ, ਸਾਚਾ ਸਾਹਿਬ ਸਦ ਮਿਹਰਬਾਨ। ਅਕਾਲ ਪੁਰਖ ਸਾਹਿਬ ਹੈ, ਮਾਲਕ ਹੈ। ਸੱਚਾ ਦਾ ਅਰਥ ਹੈ ਸਦਾ ਤੇ ਰਹਿਣ ਵਾਲਾ, ਤੇ ਸਦਾ ਹੀ ਮਿਹਰਬਾਨ ਹੈ। ਬੰਦਾ ਸਦਾ ਮਿਹਰਬਾਨ ਹੈ ਨਹੀਂ। ਇਹ ਤੇ ਘੜੀ ਵਿੱਚ ਕੁਛ ਹੈ ਤੇ ਘੜੀ ਵਿੱਚ ਕੁਛ ਹੈ। ਤੁਸੀਂ ਵੇਖਣਾ ਕਦੇ ਸ਼ਹਿਰਾਂ ਵਿੱਚ ਭਿਖਾਰੀ ਆਮ ਮਿਲ ਜਾਣਗੇ, ਤੇ ਮੰਗਣ ਵਾਲੇ ਜਿਹੜੇ ਜਾਂਦੇ ਨੇ ਬੜੇ ਚਤਰ ਨੇ, ਹੁਸ਼ਿਆਰ ਨੇ। ਔਰ ਸਾਡੇ ਦੇਸ਼ ਵਿੱਚ ਭਿਖਾਰੀਆਂ ਦੇ ਕੋਲ ਬਹੁਤ ਵੱਡੀਆਂ ਵੱਡੀਆਂ ਜਾਇਦਾਦਾਂ। ਭਿਖਿਆ ਮੰਗਣ ਵਾਲੇ ਇੰਨੀ ਭਿਖਿਆ ਰੋਜ਼ ਦੀ ਮੰਗ ਲੈਂਦੇ ਨੇ, ਸ਼ਾਇਦ ਵੱਡੇ ਤੋਂ ਵੱਡੇ ਕਾਰੋਬਾਰੀ ਨੂੰ ਉਹਨੇ ਪੈਸੇ ਨਾ ਉਹ ਕਮਾ ਸਕਦਾ ਹੋਵੇ, ਪਰ ਉਹ ਜਾਂਦੇ ਨੇ ਪਹਿਲੇ ਪੈਰ, ਸਵੇਰੇ ਸਵੇਰ। ਕਿਉਂ? ਕਿ ਸਵੇਰੇ ਸਵੇਰੇ ਸਤੋ ਗੁਣ ਪ੍ਰਧਾਨ ਹੁੰਦਾ ਤੇ ਬੰਦੇ ਦਾ ਕੁਛ ਦੇਣ ਲਈ ਮਨ ਕਰਦਾ। ਤੁਸੀਂ ਵੇਖਣਾ ਸਵੇਰੇ ਸਵੇਰ ਬਾਜ਼ਾਰਾਂ ਦੇ ਵਿੱਚ ਭਿਖਾਰੀ ਜਾਣਗੇ, ਸ਼ਾਮਾਂ ਨੂੰ ਤੇ ਬੰਦਾ ਖਪਿਆ ਹੁੰਦਾ। ਸ਼ਾਮੀ ਤੇ ਝਾੜ ਝੰਬ ਤੋਂ ਬਿਨਾਂ ਕੁਛ ਨਹੀਂ ਮਿਲੇਗਾ, ਪਰ ਉਹ ਅਕਾਲ ਪੁਰਖ ਉਹ ਸਦਾ ਹੀ ਮਿਹਰਬਾਨ ਹੈ। ਤੁਸੀਂ ਕਿਸੇ ਬੰਦੇ ਨੂੰ ਫੋਨ ਕਰਕੇ ਸੁੱਤੇ ਨੂੰ ਜਗਾ ਦਿਓ, ਉਹ ਕਿੰਨਾ ਕੁ ਮਿਹਰਬਾਨ ਹੁੰਦਾ, ਗੱਲ ਪੈ ਜਾਏਗਾ। ਮੇਰੀ ਨੀਂਦਰ ਖਰਾਬ ਕਰ ਦਿੱਤੀ, ਪਰ ਉਸ ਨੂੰ ਰਾਤ ਆਵਾਜ਼ ਮਾਰੋ, ਦਿਨ ਆਵਾਜ਼ ਮਾਰੋ, ਕਿਸੇ ਥਾਂ ਤੇ ਆਵਾਜ਼ ਮਾਰੋ, ਉਹ ਸਦਾ ਵਾਸਤੇ ਹੀ ਮਿਹਰਬਾਨ ਹੈ, ਸਦਾ ਹੀ ਮਿਹਰਬਾਨ। ਉਹਦੀਆਂ ਮਿਹਰਬਾਨੀਆਂ ਮੁੱਕਦੀਆਂ ਨੇ। ਉਹ ਕਹਿੰਦਾ ਲੈ ਜਾ। ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਨਹੀਂ ਥੱਕਦਾ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੇ ਖਾਹੇ। ਸਾਚਾ ਸਾਹਿਬ ਸਦ ਮਿਹਰਬਾਨ। ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਬੰਦ ਹੁੰਦਾ ਬੰਨਾ। ਦੁੱਖਾਂ ਦਾ ਹੜ੍ਹ ਆ ਰਿਹਾ ਸੀ, ਮੈਂ ਤੇ ਨਿਆਸਰਾ ਸਾਂ।
ਜਨਮਿਆ ਬੱਚਾ ਕਿੰਨਾ ਚਿਰ ਪਾਸਾ ਨਹੀਂ ਪਰਤ ਸਕਦਾ, ਕਿੰਨੇ ਮਹੀਨੇ ਬੈਠ ਨਹੀਂ ਸਕਦਾ, ਗਰਦਨ ਨਹੀਂ ਸੰਭਲਦੀ, ਕਿਤੇ ਨਿਆਸਰਾ। ਮੇਰੇ ਮਾਲਕ ਨੇ ਕਿਰਪਾ ਕੀਤੀ, ਸਾਰੇ ਹੀ ਸੁੱਖ ਦੇ ਦਿੱਤੇ। ਦੁੱਖਾਂ ਦਾ ਹੜ ਜਿਹੜਾ ਆ ਰਿਹਾ ਸੀ ਉਸ ਨੂੰ ਰੋਕ ਦਿੱਤਾ। ਆਪ ਨੂੰ ਪਤਾ ਤੁਸੀਂ ਬਨ ਨਹੀਂ ਸੀ ਵੱਜਾ ਤੇ ਮੰਡ ਦਰਿਆ ਦੇ ਕਿਨਾਰੇ ਜ਼ਮੀਨ ਬੇਕਾਰ ਪਈ ਸੀ, ਖੇਤੀ ਦਾ ਭਰੋਸਾ ਨਹੀਂ ਸੀ ਹੋਵੇਗੀ ਕਿ ਨਹੀਂ ਹੋਵੇਗੀ। ਤੁਸੀਂ ਬੰਨ ਹੋ ਗਿਆ, ਜ਼ਮੀਨ ਦੀ ਕਦਰ ਕੀਮਤ ਪੈ ਗਈ। ਦੁੱਖਾਂ ਦਾ ਹੜ ਆ ਰਿਹਾ ਸੀ, ਗੁਰੂ ਨੇ ਅੱਗੇ ਰੋਕ ਪਾ ਦਿੱਤੀ, ਬੰਨਾ ਪਾ ਦਿੱਤਾ। ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਸਾਰੇ ਹੀ ਸੁੱਖ ਹੋ ਗਏ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੇਜੈ, ਜਾਮ ਗੁਰੂ ਹੋਏ ਵੱਲ, ਜੇ ਗੁਰੂ ਮੇਰੇ ਵੱਲ ਹੋਏ ਲੱਖ ਬਾहें ਕਿਆ ਕੀਜੈ। ਲੱਖਾਂ ਬਾਹਾਂ ਮੇਰਾ ਕੁਛ ਨਹੀਂ ਵਿਗਾੜ ਸਕਦੀਆਂ। ਸਤਿਗੁਰੂ ਮੇਰੇ ਵੱਲ ਹੋ ਕੇ ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਗੁਰੂ ਦੀ ਛਾਂ ਥੱਲੇ ਜੋ ਆ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ, ਉਸ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਬਾਕੀ ਵਿਚਾਰ ਇਸ ਦਾ ਵਿਸਥਾਰ ਹੈ, ਸਰਵਣ ਕਰੋ। ਇੱਕ ਵਾਰ ਸਾਰੇ ਹੀ ਰਸਨਾ ਪਵਿੱਤਰ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਸਾਡੀ ਜੀਵਾਂ ਦੇ ਕੋਈ ਉਸਨੇ ਗਿਣਤੀ ਮਿਣਤੀ ਨਹੀਂ ਕੀਤੀ। ਸਾਡੀ ਗਿਣਤੀ ਕੀ ਆ? ਸਾਡੇ ਕਰਮਾਂ ਦੀ ਗਿਣਤੀ। ਕਿੰਨੇ ਇਸਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਗਿਣਤੀ ਮਿਣਤੀ ਨਹੀਂ ਕੀਤੀ। ਉਹ ਆਪਣੇ ਸੁਭਾਅ ਮੁਤਾਬਕ ਵਰਤਦਾ। ਬਿਰਧ ਸ਼ਬਦ ਦੇ ਅਰਥ ਬਹੁਤ ਸਾਰੇ ਨੇ। ਮਹਾਨ ਕੋਸ਼ ਵਿੱਚ ਅਰਥ ਕੀਤੇ ਨੇ। ਬਿਰਧ ਦਾ ਅਰਥ ਹੈ ਮੁਰੀਦ, ਸਿੱਖ। ਬਿਰਧ ਦਾ ਅਰਥ ਹੈ ਧਾਰਮਿਕ ਚਿੰਨ੍ਹ, ਜਿਹੜਾ ਕਹਿੰਦੇ ਆ ਬਿਰਧ ਬਾਣੇ ਦੀ ਲਾਜ ਰੱਖਣੀ, ਸੇਵਕ ਦੀ ਲਾਜ ਰੱਖਣੀ। ਇਹ ਜਿਹੜਾ ਬਾਣਾ ਬਖਸ਼ਿਆ, ਤੇੜ ਕਸ਼ਹਿਰਾ, ਹੱਥੀਂ ਕੜਾ, ਕੰਗਾ ਕੇਸਾਂ ਦੇ ਵਿੱਚ ਧਰਾ, ਇਹਦੀ ਲਾਜ ਰੱਖਣੀ। ਬਿਰਧ ਦਾ ਅਰਥ ਹੈ ਨਿਤ ਨੇ। ਬਿਰਧ ਦਾ ਅਰਥ ਹੈ ਨਿਤ ਕਰਮ। ਬਿਰਧ ਕਿਸੇ ਰਾਜੇ ਮਹਾਰਾਜੇ ਦੀ ਵੰਸ਼ਾਵਲੀ, ਉਹ ਨਕੀਬ ਭੱਟ ਜਿਹੜੀ ਪੜ੍ਹਦੇ ਸਨ, ਇਹ ਅਰਥ ਵੀ ਹੈ। ਪਰ ਇੱਥੇ ਹੈ ਪ੍ਰਮਾਤਮਾ ਦਾ ਸੁਭਾਅ। ਵੈਸੇ ਜਦੋਂ ਵੀ ਅਸੀਂ ਕਰਮ ਕਰਦੇ ਹਾਂ, ਕਰਮ ਪਤਾ ਕਿਵੇਂ ਹੋਣਗੇ? ਸੁਭਾਅ ਮੁਤਾਬਕ ਹੋਣ। ਇੱਕ ਬੰਦਾ ਸੁਭਾਅ ਉਸ ਦਾ ਬਣ ਗਿਆ ਨਾ ਚੋਰੀ ਦਾ, ਉਹ ਭਾਵੇਂ ਨਾਮ ਦੀ ਕਥਾ ਵੀ ਸੁਣਦਾ ਜਾਏ, ਧਰਮ ਦੀ ਸੁਣਦਾ ਜਾਏ, ਪਰ ਜਾਣ ਲੱਗਿਆ ਕਿਸੇ ਦੀ ਜੁੱਤੀ ਚੁੱਕ ਕੇ ਲੈ ਜਾਏਗਾ। ਉਹ ਕਿਉਂ? ਕਿਉਂਕਿ ਬਿਰਧ ਉਹਦਾ ਹੈ ਚੋਰੀ ਦਾ, ਸੁਭਾਅ ਬਣ ਗਿਆ ਚੋਰੀ ਦਾ। ਪਰਮਾਤਮਾ ਦਾ ਸੁਭਾਅ ਕੀ ਹੈ? ਬਖਸ਼ਿਸ਼। ਕਹਿੰਦੇ ਨੇ ਉਹ ਫੈਸਲੇ ਜਿਹੜੇ ਕਰਦਾ, ਉਹ ਜੋ ਕਰਦਾ ਹੈ ਆਪਣੇ ਸੁਭਾਅ ਮੁਤਾਬਕ ਕਰਦਾ। ਉਹਦਾ ਬਿਰਧ ਕੀ ਹੈ? ਬਖਸ਼ਿਸ਼ ਕਰਨੀ। ਬੜੀ ਪਿਆਰੀ ਇੱਕ ਘਟਨਾ ਯਾਦ ਆ।
ਇੱਕ ਕਿਸਾਨ ਦਾ ਅੰਗੂਰਾਂ ਦਾ ਬਾਗ ਸੀ, ਤਾਂ ਅੰਗੂਰ ਤੋੜਨੇ ਸਨ, ਟਾਈਮ ਨਾਲ ਨਾ ਤੋੜੇ ਜਾਣ ਖਰਾਬ ਹੋ ਜਾਣੇ। ਮਜ਼ਦੂਰ ਮੰਗਵਾਏ, ਉਹਨੇ ਸਮਝਿਆ ਦੁਪਹਿਰ ਤੱਕ ਕਿ ਕੰਮ ਹੋਣਾ ਨਹੀਂ, ਹੋਰ ਮੰਗਵਾਏ। ਸ਼ਾਮ ਤੱਕ ਵੇਖਿਆ ਕਿ ਨਹੀਂ ਕੰਮ ਰਹਿ ਜਾਣਾ, ਹੋਰ ਮੰਗਵਾਏ, ਤੇ ਪੈਸੇ ਸਭ ਨੂੰ ਇੱਕ ਜੈਸੇ ਦੇ ਦਿੱਤੇ। ਹੁਣ ਜਿਹੜੇ ਸਵੇਰ ਦੇ ਆਏ ਸਨ ਉਹਨਾਂ ਖੜਾ ਕੀਤਾ, ਇਹ ਜਿਹੜੇ ਦੁਪਹਿਰ ਆਏ ਇਹਨਾਂ ਸਾਡੇ ਤੋਂ ਅੱਧਾ ਕੰਮ ਕੀਤਾ ਤੇ ਕੁਛ ਐਸੇ ਜਿਨ ਕੀਤਾ ਹੀ ਕੁਛ ਨਹੀਂ। ਉਹ ਕਹਿਣ ਲੱਗਾ ਸਵਾਲ ਇਹ ਨਹੀਂ ਕੰਮ ਦਾ, ਸਵਾਲ ਹੈ ਕਿ ਮੇਰੇ ਕੋਲ ਹੈ ਨਾ, ਮੈਂ ਦੇਣਾ ਚਾਹਨਾ, ਮੇਰੇ ਪੈਸੇ ਨੇ, ਤੁਹਾਨੂੰ ਪੂਰੇ ਮਿਲੇ ਕਿ ਨਹੀਂ ਮਿਲੇ? ਕਹਿਣ ਲੱਗੇ ਸਾਨੂੰ ਤੇ ਪੂਰੇ ਮਿਲੇ ਤੇ ਬਸ ਮੇਰੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇਵਾਂ। ਕਈ ਵਾਰੀ ਕਹਿ ਦਿੰਦੇ ਆ ਇਹ ਬੰਦਾ ਵੇਖੋ ਇਸਨੇ ਕੀਤਾ ਤੇ ਕੁਝ ਵੀ ਨਹੀਂ, ਇਸ ਨੂੰ ਮਿਲ ਬਹੁਤ ਕੁਛ ਗਿਆ। ਭਲੇ ਲੋਕਾਂ, ਪਰਮਾਤਮਾ ਦੀ ਮਰਜ਼ੀ ਹੈ, ਨਿਰੰਕਾਰ ਦੀ ਮਰਜ਼ੀ ਹੈ। ਕਈ ਵਾਰੀ ਐਸਾ ਕਿ ਬਹੁਤ ਜ਼ਿਆਦਾ ਪੁੰਨ ਕਰਦਾ ਕੋ ਨਜ਼ਰ ਆਉਂਦਾ ਤੇ ਅੰਤ ਦੁਖੀ ਹੋ ਜਾਂਦਾ, ਪਰ ਕਈ ਵਾਰ ਵੇਖਨੇ ਆ ਇਹ ਬੰਦਾ ਕੀਤਾ ਤੇ ਕੁਛ ਨਹੀਂ, ਬੜਾ ਸੁਖੀ ਜਾਪਦਾ। ਇਹਦਾ ਕਾਰਨ ਕੀ ਹੈ? ਕਾਰਨ ਬਹੁਤ ਵੱਡਾ, ਸਾਰੀ ਉਮਰ ਪਾਪ ਕਰਦਾ ਰਿਹਾ ਅਜਾਮਲ, ਲੇਕਿਨ ਜਿਸ ਦਿਨ ਬਖਸ਼ਿਆ ਗਿਆ ਟਾਈਮ ਕਿੰਨਾ ਕੁ ਲੱਗਾ? ਕੋਈ ਘੰਟਾ ਕੁ ਨਹੀਂ, ਕੋਈ ਪੈਰ, ਕੋਈ ਦਿਨ, ਕੋਈ ਸਾਲ ਨਹੀਂ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਤੁਹਾਡੇ ਸਾਹਮਣੇ ਰੱਖ ਰਿਹਾ। ਇੱਕ ਸ਼ੈਨ ਕਮਾਲ ਹੈ, ਰਾਜ ਪੰਡਤ ਹੁੰਦਿਆਂ ਪਤਨੀ ਛੱਡੀ, ਬੱਚੇ ਛੱਡੇ, ਵੇਸ਼ਵਾ ਨਾਲ ਸ਼ਾਦੀ ਕਰ ਲਈ, 7 ਪੁੱਤਰ ਵੀ ਹੋ ਗਏ। ਬਖਸ਼ਿਸ਼ ਕਰਨ ਲੱਗਿਆ ਉਸਨੇ ਕੀ ਕੀਤਾ? ਆਜਾ ਮਲ ਪਾਪੇ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਉਰਦੂ ਫਾਰਸੀ ਦੇ ਵਿਦਵਾਨਾਂ ਵੀ ਇਸ ਮਸਲੇ ਤੇ ਬਹੁਤ ਕੁਝ ਲਿਖਿਆ। ਉਹ ਕਹਿੰਦੇ ਨੇ 2 ਲਾਈਨਾਂ ਲੱਗੀਆਂ ਸਨ। ਇੱਕ ਪਾਸੇ ਪਰਹੇਜ਼ਗਾਰ ਬੰਦੇ ਜਪੀ ਤਪੀ ਪੁੰਨ ਫਲ ਜਿਹੜੇ ਉਡੀਕਦੇ ਸਨ, ਇੱਕ ਪਾਸੇ ਗੁਨਾਹਗਾਰ। ਜਪੀ ਤਪੀ ਨੂੰ ਖੁਦਾ ਪੁੱਛਦਾ ਤੂੰ ਕਿੰਨੇ ਕੁ ਜਪ ਕੀਤੇ, ਕਿੰਨੇ ਕੁ ਤਪ ਕੀਤੇ? ਉਹ ਗਿਣੇ ਸਨ, ਦੱਸਦਾ। ਯਾਦ ਰੱਖਣੇ ਆ ਨਾ, ਇਹਨੇ ਪਾਠ ਕੀਤੇ, ਲਿਖਾਉਂਦਾ ਬੰਦਾ, ਇਹਨੇ ਜਪ ਕੀਤੇ। ਕਹਿਣ ਲੱਗੇ ਅੱਛਾ ਇਹ ਜਪ ਤੇ ਕੀਤੇ, ਭੁੱਲਾਂ ਕਿੰਨੀਆਂ ਕਿ ਕੀਤੀਆਂ? ਕਹਿੰਦੇ ਜੀ ਉਹ ਤੇ ਗਿਣੀਆਂ ਕੋਈ ਨਹੀਂ। ਵਾਕਈ ਬੰਦਾ ਭੁੱਲਾਂ ਨਹੀਂ ਗਿਣਦਾ, ਜਪ ਤਪ ਗਿਣਦਾ। ਤੇ ਕਹਿਣ ਲੱਗੇ ਧਰਮਰਾਜ ਨੂੰ ਕਾਰੇ ਦਾ ਲੇਖਾ ਪਤਾ। ਹੁਣ ਦੂਸਰੇ ਪਾਸੇ ਜਿਹਨੂੰ ਗੁਨਾਹਗਾਰ ਕਹਿੰਦੇ ਸਨ ਉਹਨੂੰ ਪੁੱਛਿਆ ਤੂੰ? ਕਹਿਣ ਲੱਗਾ ਦਾਤਿਆ ਗੁਨਾਹ ਹੀ ਗੁਨਾਹ ਨੇ, ਪਰ ਹਾਂ ਤੇਰਾ ਬੱਚਾ। ਬਸ ਇੱਕ ਹੀ ਗੁਣ ਹੈ ਕਿ ਤੇਰਾ ਬਣਾਇਆ, ਤੇਰਾ ਬੱਚਾ, ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ। ਕਹਿਣ ਲੱਗੇ ਜਾ ਤੈਨੂੰ ਬਖਸ਼ੇ, ਆ ਤੇਰੇ ਪਿੱਛੇ ਜਿਹੜੇ ਖਲੋਤੇ ਨੇ ਇਹ ਵੀ ਸਾਰੇ ਮੈਂ ਬਖਸ਼ੇ। ਬੜਾ ਸੁੰਦਰ ਉਹਨਾਂ ਲਿਖਿਆ। कहते ने कृष्मा शाहे रहमत का देख कर रोजे हशर, क्यामत वाले दिन उस मालिक दा करिश्मा देख के कि गुनाहगारां नूं बख्शी जा रही है। करिश्मा शाहे रहमत का देख कर रोजे हशर, हर एक परहेजगार चीख उठा कि गुनाहगार हूं मैं। ਜਿਹੜੇ ਪਰਹੇਜ਼ਗਾਰ ਸਨ ਉਹ ਵੀ ਚੀਖ ਉੱਠੇ, ਕਹਿਣ ਲੱਗੇ ਅਸੀਂ ਵੀ ਇਹਨਾਂ ਚੋਂ ਹੀ ਆ ਜਿਹੜੇ ਬਖਸ਼ੇ ਜਾ ਰਹੇ ਨੇ। ਹਰ ਇੱਕ ਪਰਹੇਜ਼ਗਾਰ ਚੀਖ ਉੱਠਾ ਕਿ ਗੁਨਾਹਗਾਰਾ ਹੂੰ ਮੈਂ, ਗੁਨਾਹਗਾਰਾ ਹੂੰ ਮੈਂ ਵੀ ਗੁਨਾਹਗਾਰਾਂ ਵਿੱਚੋਂ ਹਾਂ। ਸਤਿਗੁਰੂ ਕਹਿੰਦੇ ਨੇ ਦਾਤਿਆ ਤੇਰੇ ਦਰ ਤੇ ਬੜੀ ਬਖਸ਼ਿਸ਼ ਹੈ, ਤੂੰ ਬਖਸ਼ਿਸ਼ ਦਾ ਭੰਡਾਰ ਹੈ। ਵਿਚੋਲਾ ਹੋਵੇ ਤੇ ਐਸਾ ਹੀ ਹੋਵੇ। ਗੁਰੂ ਦਾ ਰੋਲ ਇੱਕ ਹੀ ਹੈ, ਸਿੱਖਾਂ ਦਾ ਨਿਸਤਾਰਾ ਕਰਨਾ, ਰੱਬ ਨਾਲ ਮਿਲਣਾ।
ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇਠ। ਦਰਗਾਹ ਦਾ ਵਿਚੋਲਾ ਹੈ ਗੁਰੂ। ਉਹਨਾਂ ਨੂੰ ਕਹਿੰਦੇ ਨੇ ਪ੍ਰਮਾਤਮਾ ਮਿੱਟੀ ਦਾ ਕੀ ਧੋਵਾਂਗੇ, ਤੇ ਜਿੰਨੇ ਜੀ ਬਣਾਏ ਨੇ ਤੇ ਭੁੱਲਣਹਾਰ ਨੇ, ਮਿੱਟੀ ਵਰਗੇ ਨੇ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਅਸੀਂ ਅਰਦਾਸ ਵਿੱਚ ਇੱਕ ਸ਼ਬਦ ਕਹਿੰਦੇ ਆ, ਇਹ ਮਸਲਾ ਮੇਰੇ ਸਾਹਮਣੇ ਕਈ ਵਾਰੀ ਆਇਆ ਤੇ ਸੁਭਾਵਿਕ ਅੱਜ ਆ ਗਿਆ ਸਾਹਮਣੇ, ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂ, ਬੜਾ ਜ਼ਰੂਰੀ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਬਿਰਦ ਕੀ ਪੈਜ ਪੰਥ ਕੀ ਜੀਤ, श्री साहिब जी सहाय, खालसे जी के बोल बाले बोलो जी भाई। आ जिहड़ा रियायत शब्द है ना, कईयां सज्जनां नूं रड़कदा। वो कहंदे ने सरबत दा भला जदों मंगिया जांदा ते खालसे लई फिर रियायत क्यों, इहदा भाव की है? मैं कहना धर्म है ही रियायत, लेखा कते ना छूटी है, एक ही है हुण रियायत नहीं। थे गुरबाणी विच बहुत पंक्तियां मिलणगीਆਂ, लेखे कते ना छूटी है, खिन खिन भुलनहार बख्शनहार, बख्श ले नानक पार उतार। जे आखिए मेरे कर्मां दा हिसाब करके तोल के लै ते साडा हाल की होवेगा। कोट खते खिन बख्शनहारा, रियायत खालसे वास्ते क्यों मंगी? इसका भी एक कारण है। भाई गुरदास जी ने मसला बड़ा सुंदर हल किया। वो कहते ने भाई आओ मैं तुहानू दसा रियायत क्यों मंगी है। घर दे विच एक बंदा बड़ा कीमती हुंदा, कौमां विच भी बंदे ऐसे हुंदे ने, साडे विच सतगुरु है। बाकी असी इन्ना आदर नहीं करते। गुरु नानक देव आउंदे सन, उचेचा आदर क्यों? गुरु गोबिंद सिंह साहब तक गुरुआं दा आदर क्यों? अज श्री गुरु ग्रंथ साहब जी का आदर इन्ना क्यों? अचेचा तख्त पोश ते कीर्तनियां नूं बिठाउने आ, उचेच क्यों? इसका कारण की आ? भाई साहब जी कहते ने भाई मैं तुहानू दसना, बेड़ी चाड़ लंघाइंदा बाहले पूर मानस मोहाना। बेड़ी भरी पई है पूर नाल ते लंघाउण वाला ते एका, ते जेकर मलाह ही ना बचिया तो तुहानू पार कौन करेगा? मलाह दा ध्यान ते रखना पवेगा। मलाह दी सुख ते मंगनी पवेगी, मलाह नू ते रियायत देनी पवेगी ताकि मलाह पार लंघाए, ओदा ध्यान रखना पवेगा। आखिए मलाह नू डोब दईए तो फिर पार कौन लाएगा? बेड़ी चाड़ लंघाएंदा बाले पूर मानस महाना। आगू एक निभांदा लश्कर संग शाह सुल्ताना। शाह बादशाह दा इन्ना लश्कर है पर एक आगू एक सेनापत हुंदा जो अगे हुंदा। इतिहासक घटना कि हरी सिंह नलवे ने एक गल कही सी जमरौद के किले च। कहने लगे गोलियां लग चुकियां, शरीर नहीं रहना, पर मेरी मौत मेरे चलाने की खबर जदों तक महाराजा रणजीत सिंह इत्थे ना आ जाए, किले चों बाहर ना जान दिओ जे। उन्होंने पता से पठाना ने फिर आ जाना। उस दी एक दी उचेच लश्कर संग शाह सुल्ताना। कहते ने कि लाड़ा एक व्याइए बाले जांजी कर मेहमाना। जांजी पहुंच जान, गड्डियां पहुंच जान, पुछते ने अगले लाड़ा किथे है? ते जे आखिए जी लाड़ा तो आया ही कोई नहीं, तुसी की लैन वास्ते आए हो? लाड़े दी उचेच करनी पैनी है। कहते ने लाड़ा एक व्याइए बाले जांजी कर मेहमाना। पातशाह एक मुल्क विच होर प्रजा हिंदू मुसलमाना।
ਪ੍ਰਜਾ ਵਿੱਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਬਾਦਸ਼ਾਹ ਤੇ ਇੱਕ ਹੈ ਨਾ। ਬਾਦਸ਼ਾਹ ਨੂੰ ਤੇ ਬਚਾਉਣਾ ਪਵੇਗਾ, ਨਹੀਂ ਤੇ ਦੇਸ਼ ਜਿਹੜਾ ਹੈ ਉਹ ਕਿਵੇਂ ਚੱਲੇਗਾ। ਹੋਰ ਅੱਗੇ ਵੀ ਗੱਲ ਕਹੀ ਆ, ਕਹਿੰਦੇ ਨੇ ਫਿਰੇ ਮਹੱਲੇ ਪਹਰੂ, ਹੋਏ ਪ੍ਰਧਾਨ ਸਮਣਾ, ਹੋਏ ਨਚਿੰਦ ਸਮਣ ਪ੍ਰਧਾਨਾ। ਪਾਰੂ ਬਿਮਾਰ ਹੋ ਜਾਏ ਤੇ ਸਾਰੇ ਮਹੱਲੇ ਨੂੰ ਜਾਗਣਾ ਪਵੇਗਾ। ਪਾਰੂ ਜਿਹੜਾ ਪਹਿਰਾ ਦੇਣ ਵਾਲਾ, ਉਹਦਾ ਤੇ ਭਲਾ ਮੰਗਣਾ ਪਵੇਗਾ। ਮੈਂ ਬੇਨਤੀ ਕਰਾਂ, ਜਿਸ ਖਾਲਸੇ ਨੇ ਸਰਬੱਤ ਦਾ ਭਲਾ ਮੰਗਣਾ, ਜਿਸ ਖਾਲਸੇ ਨੇ ਦੂਸਰਿਆਂ ਦੀ ਇੱਜ਼ਤ ਬਚਾਉਣੀ ਆ, ਜਿਸ ਖਾਲਸੇ ਨੇ ਗਈਆਂ ਬੱਚੀਆਂ ਮੋੜ ਕੇ ਲਿਆਉਣੀਆਂ ਨੇ, ਉਹਨਾਂ ਦਾ ਭਲਾ ਤੇ ਮੰਗਣਾ ਪਵੇਗਾ। ਉਹਨਾਂ ਲਈ ਤੇ ਕਹਿਣਾ ਪਵੇਗਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ। ਉਹਨਾਂ ਵਾਸਤੇ ਰਿਆਇਤ, ਉਹਨਾਂ ਵਾਸਤੇ ਬਖਸ਼ਿਸ਼। ਗੁਰੂ ਸਾਹਿਬ ਜੀ ਕਹਿੰਦੇ ਨੇ, ਬਖਸ਼ਿਸ਼ ਭਾਈ ਮਿਲਣੀ ਹੈ ਗੁਰੂ ਰਾਹੀਂ, ਬਖਸ਼ਿਸ਼ ਮਿਲਣੀ ਹੈ ਸ਼ਬਦ ਰਾਹੀਂ। ਸਤਿਗੁਰ ਸੱਚਾ ਪਾਤਸ਼ਾਹ, ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ। ਸਤਿਗੁਰੂ ਸੱਚਾ ਪਾਤਸ਼ਾਹ ਹੈ ਤੇ ਸ਼ਬਦ ਦੀ ਰਾਹਦਾਰੀ ਹੈ, ਤੇ ਸ਼ਬਦ ਦੀ ਸੰਭਾਲ ਕਰਨੀ ਪਏਗੀ। ਇਸੇ ਲਈ ਕਹਿੰਦੇ ਆ, ਸ਼ਬਦ ਦਾ ਵੱਧ ਤੋਂ ਵੱਧ ਆਦਰ ਕਰੋ, ਸ਼ਬਦ ਦਾ ਸਤਿਕਾਰ ਕਰੋ। ਸ਼ਬਦ ਦੀ ਸਭ ਤੋਂ ਵੱਡੀ ਬੇਅਦਬੀ ਹੈ ਸ਼ਬਦ ਦੇ ਗਲਤ ਅਰਥ ਕਰਨੇ। ਸ਼ਬਦ ਨੂੰ ਠੀਕ ਸਮਝਣਾ, ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਕਹਿੰਦੇ ਨੇ ਅਕਾਲ ਪੁਰਖ ਬਖਸ਼ੰਦ ਹੈ, ਪਰ ਨਾਲ ਇੱਕ ਗੱਲ ਕਹੀ ਹੈ, ਇਹਦਾ ਇਹ ਭਾਵ ਕਿਤੇ ਨਾ ਸਮਝ ਲੈਣਾ ਜੋ ਬਖਸ਼ਿਸ਼ ਹੈ ਤੇ ਤੂੰ ਫਿਰ ਗੁਨਾਹ ਹੀ ਕਰੀ ਜਾ। ਬਹੁਤ ਸਾਰੇ ਸੱਜਣ ਇਹ ਪ੍ਰਸ਼ਨ ਵੀ ਖੜਾ ਕਰਦੇ ਨੇ, ਜੇ ਆਖੀਏ ਬਖਸ਼ਿਆ ਹੀ ਜਾਣਾ, ਜੇ ਆਖੀਏ ਰੱਬ ਹੀ ਸਭ ਕੁਝ ਕਰਦਾ, ਪਰਮਾਤਮਾ ਦੇ ਹੁਕਮ ਨਾਲ ਹੋਣਾ, ਆਪੇ ਬਖਸ਼ਿਸ਼ ਕਰੇਗਾ, ਫਿਰ ਤੇ ਲੋਕੀ ਬੁਰਾ ਹੀ ਬੁਰਾ ਕਰਨਗੇ। ਇਹਨੇ ਜਾਪਦਾ ਕਿ ਬੰਦਾ ਐਸਾ ਉਲਾਰ ਜਿਉਂਦਾ, ਬੁਰਾਈ ਵਾਲੇ ਦਾ ਜ਼ਿਆਦਾ ਧਿਆਨ ਹੈ। ਬੁਰਾਈ ਸੁਣ ਕੇ ਖੁਸ਼ ਹੈ, ਬੁਰਾਈ ਕਰਕੇ ਖੁਸ਼ ਹੈ, ਇਹ ਨਹੀਂ ਕਹਿੰਦਾ। ਜੇ ਰਜ਼ਾ ਨੂੰ ਸਮਝ ਗਿਆ, ਭਾਣੇ ਨੂੰ ਸਮਝ ਗਿਆ, ਰੱਬ ਬਖਸ਼ਾਂਦਾ, ਤੇ ਫਿਰ ਨਾਲ ਇਹ ਵੀ ਸਮਝਾਂਗਾ ਕਿ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਕਿਸੇ ਦਾ ਬੁਰਾ ਕਰੇਗਾ ਹੀ ਨਹੀਂ। ਉਹ ਸਰਬੱਤ ਦਾ ਭਲਾ ਕਰੇਗਾ, ਹਰ ਇੱਕ ਦਾ ਭਲਾ ਕਰੇਗਾ, ਉਸ ਦੇ ਕੋਲੋਂ ਬੁਰਾ ਹੋਏਗਾ ਹੀ ਨਹੀਂ। ਉਸ ਦੇ ਜੀਵਨ ਵਿੱਚੋਂ ਬੁਰਾਈ ਮੁੱਕ ਜਾਏਗੀ। ਇੱਥੇ ਕਿਹਾ, ਪਰਮਾਤਮਾ ਜੇ ਤੇਰੇ ਤੇ ਬਖਸ਼ਿਸ਼ ਕਰਦਾ, ਨਿਰੰਕਾਰ ਜੇ ਤੇਰੇ ਤੇ ਮਿਹਰ ਕਰਦਾ, ਭਲਿਆ ਲੋਕਾ ਤੂੰ ਵੀ ਤੇ ਮਿਹਰਬਾਨੀ ਕਰ। ਜੇ ਸਾਚਾ ਸਾਹਿਬ ਸਦ ਮਿਹਰਬਾਨ, ਗੁਰੂ ਸਦ ਮਿਹਰਬਾਨ, ਤੇ ਸਿੱਖ ਵੀ ਫਿਰ ਸਦਾ ਮਿਹਰਬਾਨ ਚਾਹੀਦਾ। ਸਿੱਖ ਕਰੋਧੀ ਕਿਉਂ ਹੋਵੇ? ਸਿੱਖ ਦੂਸਰੇ ਦਾ ਬੁਰਾ ਕਰਨ ਵਾਲਾ ਕਿਉਂ ਹੋਵੇ? ਅੱਜ ਜ਼ਰੂਰਤ ਹੈ ਇੱਕ ਗੱਲ ਦੀ, ਮੈਂ ਉਸ ਪਾਸੇ ਤੁਹਾਡਾ ਧਿਆਨ ਦਿਵਾਵਾਂ। ਕੁਛ ਅੰਕੜੇ ਮੈਂ ਪੜ੍ਹ ਰਿਹਾ ਸਾਂ, ਇੱਕ ਗੱਲ ਪੜ੍ਹ ਕੇ ਥੋੜੀ ਨਿਰਾਸ਼ਤਾ ਹੋਈ। ਉਹ ਲਿਖਿਆ ਸੀ, ਵੈਸੇ ਬੜੀ ਮਿਹਨਤ ਨਾਲ ਜਿਹਨੇ ਲਿਖਿਆ, ਉਹ ਕਹਿੰਦਾ ਹੈ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਕੌਮ ਦੀ ਪ੍ਰਸਿੱਧ ਆ। ਕਹਿੰਦਾ ਕਟਾਰੀ, ਕਟਾਰੀ ਕਟਾਰ ਹਥਿਆਰ ਹੈ, ਦੋ ਧਾਰਾ, ਇਹ ਕਮਰ ਨਾਲ ਆਮ ਪਹਿਨਦੇ, ਜਦੋਂ ਹੱਥੋਂ ਹੱਥ ਲੜਾਈ ਹੋ ਜਾਏ ਸੰਜੋ ਲੋਹੇ ਦੀ ਤੋੜਨ ਵਾਸਤੇ ਕੰਮ ਆਉਂਦਾ ਸੀ। ਕਟਾਰੀ ਛੋਟੀ ਕਟਾਰ। ਉਹ ਕਹਿੰਦਾ ਕਟਾਰੀ ਰਾਜਪੂਤਾਂ ਦੇ ਤੇ ਭਾਲਾ ਮਰਾਠਿਆਂ ਦਾ, ਬੰਦੂਕ ਪੂਰਬੀਆਂ ਦੇ। ਉਸ ਤੋਂ ਅੱਗੇ ਇਹਨੇ ਕਿਹਾ ਤੋਪ ਅੰਗਰੇਜ਼ਾਂ ਦੇ, ਜ਼ੁਲਮ ਮੁਸਲਮਾਨਾਂ ਦੇ। ਕਮਾਲ ਹੈ, ਇੱਕ ਇੱਕ ਗੱਲ ਉਹਨੇ ਗਿਣੀ। ਕਹਿੰਦਾ ਕਲਮ ਬੰਗਾਲੀਆਂ ਦੀ ਤੇ ਤੇਗ ਖਾਲਸੇ ਦੀ। ਵਾਕਈ ਖਾਲਸੇ ਦੀ ਤੇਗ, ਦੇਖ ਤੇਗ ਜਗ ਮੈਂ ਦਉ ਚਲਾ।
ਵੀਰਪਲ ਖਾਲਸਾ ਦੁਲਾਰੇ ਦਸ਼ਮੇਸ਼ ਜੋ ਕੇ ਕੜਛੀ ਕਿਰਪਾਨ ਤੇਰੀ ਸਦਾ ਚੱਲਦੀ ਰਹੇ। ਕਹਿੰਦਾ ਤੇਗ ਖਾਲਸੇ ਦੀ ਤੇਗ ਅੱਗੇ ਕੋਈ ਨਹੀਂ ਅੜਿਆ। ਪਰ ਨਾਲ ਇੱਕ ਗੱਲ ਤੋਂ ਨਾਰਾਜ਼ ਤਾਂ ਹੋਈ। ਉਹ ਕਹਿੰਦਾ ਬੇਇਤਫਾਕੀ ਪੰਜਾਬੀਆਂ ਦੀ ਹੱਦ ਹੋ ਗਈ। ਬੇਇਤਫਾਕੀ ਨਹੀਂ, ਇਤਫਾਕ ਚਾਹੀਦਾ। ਗੁਰੂ ਨੇ ਇਤਫਾਕ ਬਖਸ਼ਿਆ। ਉਹਨਾਂ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਸ਼ਾਏ। ਸੱਚਾ ਸਾਹਿਬ ਮਿਹਰਬਾਨ ਹੈ, ਮਿਹਰਬਾਨ ਨਾ ਹੁੰਦਾ। ਇੱਕ ਅੰਦਾਜ਼ਾ ਲਾਓ, ਕੌਡੇ ਰਾਖਸ਼ ਦਾ ਲੇਖਾ ਕਰਦਾ। ਕਹਿੰਦਾ ਆ ਭਾਈ ਪਹਿਲੇ ਬੈਠ ਲੇਖਾ ਕਰੀਏ ਕਿ ਉਹਦਾ ਹਾਲ ਕੀ ਹੁੰਦਾ, ਕਿੰਨੇ ਬੰਦੇ ਉਹ ਖਾ ਗਿਆ ਸੀ। ਜੇ ਲੇਖਾ ਕਰਦਾ ਸੱਜਣ ਠੱਗ ਦਾ ਤੇ ਉਸ ਦਾ ਹਾਲ ਕੀ ਹੁੰਦਾ। ਲੇਖਾ ਕਰਦਾ ਭੂਮੀਆਂ ਚੋਰ ਦਾ, ਪਾਪੀਆਂ ਦਾ ਲੇਖਾ ਕਰਦਾ, ਗਣਤ ਕਰਦਾ ਤੇ ਕੀ ਬਣਦਾ। ਉਹਨਾਂ ਕਿਹਾ ਨਹੀਂ, ਮੈਂ ਤੈਨੂੰ ਬਖਸ਼ਿਆ, ਰੱਬ ਨੇ ਤੈਨੂੰ ਬਖਸ਼ਿਆ। ਉਸ ਦਾ ਕਾਰਨ ਹੈ ਗੁਰੂ ਦਾ ਜਿਹੜਾ ਸਿੱਖ ਹੈ, ਸਤਿਗੁਰਾਂ ਨੇ ਕਿਹਾ ਸੀ ਤੂੰ 1000 ਵਾਰ ਭੁੱਲੇਂਗਾ, ਮੈਂ 1000 ਵਾਰੀ ਬਖਸ਼ਾਂਗਾ। ਪਰ ਇਹ ਦਰ ਨਾ ਛੱਡੇ, ਇਹ ਦਰ ਛੱਡ ਕੇ ਦੂਰ ਨਾ ਜਾਈਂ, ਸਰਵਰ ਹੰਸਾ ਛੋੜ ਨਾ ਜਾਏ। ਇਹ ਹੰਸ ਜਿਹੜਾ ਸਰਵਰ ਨੂੰ ਛੱਡ ਕੇ ਨਹੀਂ ਜਾਂਦਾ। ਮੈਂ ਇਤਿਹਾਸ ਵਿੱਚੋਂ ਕੁਝ ਹਵਾਲੇ ਤੁਹਾਡੇ ਸਾਹਮਣੇ ਹੋਰ ਰੱਖ ਦਿਆਂ। ਭਾਈ ਗੌਰੇ ਨੇ ਭਾਈ ਜੱਸੇ ਨੂੰ ਕਤਲ ਕਰ ਦਿੱਤਾ ਸੀ। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਦਾ ਸਮਾਂ ਸੀ। ਇਹ ਚੌਰ ਬਰਦਾਰ ਸੀ, ਪੁੱਲ ਕਰ ਬੈਠਾ। ਪੁੱਲ ਏਡੀ ਵੱਡੇ ਨਹੀਂ ਸੀ। ਸਤਿਗੁਰਾਂ ਨੇ ਦਰਬਾਰ ਚੋਂ ਬਾਹਰ ਕੱਢ ਦਿੱਤਾ, ਕਹਿ ਦਿੱਤਾ ਇੱਥੇ ਤੇਰੀ ਕੋਈ ਥਾਂ ਨਹੀਂ, ਤੂੰ ਜਾਨਵਰਾਂ ਵਾਲਾ ਕੰਮ ਕੀਤਾ, ਜਾਨਵਰਾਂ ਦੀਆਂ ਜੋਨਾਂ 'ਚ ਆਏਗਾ। ਸਿੱਖਾਂ ਕਿਹਾ ਭਾਈ ਗੌਰਿਆ ਚੱਲੀਏ। ਭਾਈ ਭਗਤੂ ਦਾ ਪੁੱਤਰ ਸੀ, ਬੜਾ ਸਿਦਕੀ ਸਿੱਖ ਹੋਇਆ ਭਾਈ ਭਗਤੂ। ਕਹਿਣ ਲੱਗਾ ਬੇਸ਼ੱਕ ਕਿੰਨੇ ਨਾਰਾਜ਼ ਹੋ ਜਾਣ, ਜਦੋਂ ਇਹਨਾਂ ਬਖਸ਼ਣਾ ਹੈ ਨਾ, ਛਿਣ ਇੱਕ ਹੀ ਲੱਗਣ। ਕੀਰਤਪੁਰ ਤੋਂ ਆ ਰਹੇ ਸਨ ਕਰਤਾਰਪੁਰ, ਪਰਿਵਾਰ ਨਾਲ ਸੀ। ਸਤਲੁਜ ਪਾਰ ਕਰਨ ਲੱਗੇ। ਮੁਖਲਿਸ ਖਾਨ ਨੂੰ ਇਸੇ ਹੀ ਅੰਮ੍ਰਿਤਸਰ ਵਿੱਚ ਮਾਰਿਆ ਸੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਹਦਾ ਪੋਤਰਾ ਸੀ ਮੁਹੰਮਦ ਯਾਰ ਖਾਨ, ਉਸ ਨੇ ਹਮਲਾ ਕਰ ਦਿੱਤਾ। ਪਰਿਵਾਰ ਮਗਰ ਸਨ ਤੇ ਸਤਿਗੁਰਾਂ ਦਾ ਤੇ ਪ੍ਰਣ ਸੀ ਕਿ 2200 ਸਵਾਰ ਨਾਲ ਨੇ, ਪਰ ਸ੍ਰੀ ਸਾਹਿਬ ਮਿਆਨ ਚੋਂ ਬਾਹਰ ਨਹੀਂ ਕੱਢੇ। ਕਹਿਣ ਲੱਗੇ ਕੋਈ ਪਿੱਛੇ ਹੈ, ਹਮਲਾ ਹੋ ਗਿਆ ਪਿੱਛੇ। ਕਹਿਣ ਲੱਗੇ ਹੈ ਭਗਤੂ ਦਾ ਨਨਾਵਾ। ਕਹਿਣ ਲੱਗਾ ਕੋਈ ਨਹੀਂ, ਮਾਤਾਵਾਂ ਨੂੰ ਆਪੇ ਉਹ ਸੰਭਾਲ ਕਰੇਗਾ। ਜੰਗ ਜਿੱਤ ਕੇ ਆਇਆ ਤੇ ਸਤਿਗੁਰਾਂ ਨੇ ਕਿਹਾ ਉਹਨੂੰ ਕਹਿ ਦਿਓ ਤੈਨੂੰ ਬਖਸ਼ਿਆ ਆ। ਜੱਸਾ ਤੇ ਕਤਲ ਹੋਏ, ਅੱਜ ਪਰਿਵਾਰ ਹੀ ਕਤਲ ਹੋ ਜਾਣਾ ਸੀ, ਅੱਜ ਸਾਰੇ ਕਤਲ ਹੋ ਜਾਣੇ ਸਨ। ਬਖਸ਼ਿਆ ਇਹਨੇ ਆਪਣਾ ਖੂਨ ਵਹਾ ਕੇ ਨਹੀਂ ਦੇਣੇ। ਪਰ ਮਹਾਰਾਜਾ ਸ਼ੇਰ ਸਿੰਘ ਆ ਗਿਆ ਪੁੱਤਰ, ਉਹ ਘੋੜੀ ਲੈ ਗਿਆ। ਹੁਣ ਜਿਹੜਾ ਸੇਵਾਦਾਰ ਸੀ ਰੋਕ ਨਾ ਸਕਿਆ ਤੇ ਮਹਾਰਾਜੇ ਨੂੰ ਪਤਾ ਲੱਗ ਗਿਆ, ਆ ਗਿਆ ਲਾਲ ਪੀਲੇ ਹੋਏ, ਜਾਪਿਆ ਕਿ ਆ ਸ਼ੇਰ ਸਿੰਘ ਦਾ ਸਿਰ ਲੈ ਜਾਏਗਾ। ਮਾਂ ਡਰ ਗਈ। ਸ਼ੇਰ ਸਿੰਘ ਦੀ ਮਾਂ ਨੇ ਫਕੀਰ ਅਜ਼ੀਜ਼ ਉਲ-ਦੀਨ ਨੂੰ ਕਿਹਾ ਬਚਾ ਸਕਣਾ ਤੇ ਸ਼ੇਰ ਸਿੰਘ ਨੂੰ ਬਚਾ ਲੈ। ਆਇਆ, ਆ ਕੇ ਖੜਾ ਹੋ ਗਿਆ ਤੇ ਜਦੋਂ ਸ਼ੇਰ ਸਿੰਘ ਆਇਆ, ਆਉਂਦਿਆਂ ਸ਼ੇਰ ਸਿੰਘ ਨੂੰ ਕਹਿੰਦਾ ਉਹ ਸ਼ੇਰ ਸਿੰਘ ਪਿਓ ਦਾ ਤੰਬੇਲਾ ਸਮਝਿਆ ਹੀ ਬਿਨਾਂ ਪੁੱਛੇ ਘੋੜੀ ਲੈ ਗਏ ਆ। ਮਹਾਰਾਜਾ ਖਿੜਖੜਾ ਹੋ ਕੇ ਹੱਸ ਪਿਆ, ਕਹਿਣ ਲੱਗਾ ਤੰਬੇਲਾ ਤੇ ਪਿਓ ਦਾ ਹੀ ਹੈ। ਤੇ ਫਿਰ ਕਹਿਣ ਲੱਗਾ ਮੁਆਫ ਕਰ ਦਿਓ, ਤੰਬੇਲਾ ਜੇ ਪਿਓ ਦਾ ਹੈ ਤੇ ਫਿਰ ਮੁਆਫ ਕਰ ਦਿਓ। ਹੱਸ ਪਏ, ਕਹਿਣ ਲੱਗੇ ਮੁਆਫ ਕੀਤਾ, ਮੈਂ ਬੇਨਤੀ ਕਰਾਂ। ਉਹ ਸ਼ੇਰ ਸਿੰਘ ਪੁੱਤਰ ਸੀ ਮਹਾਰਾਜਾ ਰਣਜੀਤ ਸਿੰਘ ਦਾ। ਅਸੀਂ ਪੁੱਤਰ ਹਾਂ ਪਰਮਾਤਮਾ ਦੇ, ਤੇ ਕਿੰਨੀਆਂ ਭੁੱਲਾਂ ਕਰ ਲਵਾਂਗੇ, ਹਜ਼ਾਰਾਂ ਕਰ ਲਈਏ, ਲੱਖਾਂ ਕਰ ਲਈਏ, ਓਟ ਖਤੇ ਕਰੋੜਾਂ ਗੁਨਾਹ ਹੋਣ, ਖਿਣ ਬਖਸ਼ਣ ਹਾਰ। ਇੱਕ ਛਿਣ ਵਿੱਚ ਮੁਆਫ ਕਰਦਾ। ਫਿਰ ਵੀ ਸਤਿਗੁਰਾਂ ਨੇ ਗੱਲ ਕਹੀ ਸੀ,
ਸਿੱਖਾਂ ਨੇ ਉਸ ਨੂੰ ਪ੍ਰਚਾਰਿਆ, ਕਹਿਣ ਲੱਗੇ ਕੰਮ ਚੰਗੇ ਕਰੋ, ਕਰਮ ਬੁਰੇ ਨਾ ਕਰੋ। ਇਹ ਜਿਹੜੇ ਸ਼ਬਦ ਨੇ ਇਹ ਤੁਹਾਨੂੰ ਸੁਚੇਤ ਕਰਨ ਵਾਸਤੇ ਨੇ ਕਿ ਕੰਮ ਚੰਗੇ ਕਰੋ। ਉਹ ਨੇ ਕਿ ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਏ। ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਾਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਾਹੀ। ਐਸਾ ਵੀ ਲਿਖਿਆ ਮੈਂ ਪੜ੍ਹਿਆ, ਉਸ ਦੇ ਦਰ ਤੇ ਜਾਵਾਂਗੇ ਤੇ 2 ਕਿਤਾਬਾਂ ਹੋਣਗੀਆਂ। ਇਹ ਸਾਨੂੰ ਸਮਝਾਉਣ ਲਈ ਇੱਕ ਢੰਗ ਆ। ਇੱਕ ਲੇਖੇ ਦੀ ਹੋਵੇਗੀ, ਸਾਡੇ ਕਰਮਾਂ ਦਾ ਲੇਖਾ, ਇੱਕ ਬਖਸ਼ਿਸ਼ ਦੀ ਹੋਵੇਗੀ, ਪਤਾ ਨਹੀਂ ਕਿਹੜੀ ਖੁੱਲ ਜਾਵੇ। ਕਰਮ ਚੰਗੇ ਕਰ ਪਰ ਟੇਕ ਕਰਮਾਂ ਦੀ ਨਾ ਰੱਖ, ਕਿਉਂਕਿ ਕਰਮ ਚੰਗੇ ਤੇਰੇ ਥੋੜੇ ਨੇ, ਗੁਨਾਹ ਬਹੁਤ ਜ਼ਿਆਦਾ। ਗਿਣਨ ਲੱਗੀਏ ਮੈਂ ਦਾਨ ਕਿੰਨਾ ਕੁ ਕੀਤਾ, ਗਿਣਨ ਲੱਗੀਏ ਕਰਮ ਪੁੰਨ ਦਾਨ ਜਪ ਤਪ ਕਿੰਨਾ ਕੀਤਾ, ਸ਼ਾਇਦ ਗਿਣ ਲਈਏ। ਲੇਕਿਨ ਗਿਣਨ ਲੱਗੀਏ ਮੈਂ ਭੁੱਲਾਂ ਕਿੰਨੀਆਂ ਕੀਤੀਆਂ, ਤੇ ਇੱਥੇ ਤੱਕ ਪਹੁੰਚਾਂਗੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ ਦਇਆ ਕਰੋ। ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਮਿਹਰ ਕਰੋ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਓ। ਅਸੀਂ ਪੱਥਰ ਹੀ ਸਹੀ, ਗੁਨਾਹ ਹੋਏ ਨੇ ਮੰਨ ਲਿਆ, ਲੇਕਿਨ ਹਾਂ ਤੇਰੇ। ਇੱਕ ਅਦੀਬ ਨੇ ਕਿਹਾ, ਜਦੋਂ ਗੁਰੂ ਅੱਗੇ ਮੱਥਾ ਟੇਕਨੇ ਆ, ਇੱਕ ਨਿਯਮ ਹੈ ਕਿ ਸਿਰ ਤੇ ਪੰਡ ਚੁੱਕੇ ਹੋਵੇ, ਗਠੜੀ ਹੋਵੇ ਤੇ ਸਿਰ ਝੁਕਾਓ ਤੇ ਗੰਢ ਥੱਲੇ ਜਾ ਪੈਂਦੀ। ਪਾਪਾਂ ਦੀ ਪੰਡ ਜਦੋਂ ਗੁਰੂ ਅੱਗੇ ਮੱਥਾ ਟੇਕਾਂਗੇ, ਕਹਿੰਦੇ ਨੇ ਗਿਰ ਜਾਏਗੀ। ਦਿਲੋਂ ਟੇਕੋ, ਦਿਲੋਂ ਸਿਰ ਰੱਖੋ। ਸੀਸ ਝੁਕਾਇਆ ਗਿਰ ਪੜਤ ਸਭ ਪਾਪਣ ਕੀ ਪੋਟ, ਗੁਰ ਕੋ ਸੀਸ ਝੁਕਾਈਏ ਲੱਗੇ ਨਾ ਜਮ ਕੀ ਚੋਟ। ਗੁਰੂ ਅੱਗੇ ਸਿਰ ਝੁਕਾਈਏ ਤੇ ਜਮ ਦੀ ਚੋਟ ਨਹੀਂ ਲੱਗੇਗੀ। ਜਿਨ੍ਹਾਂ ਸਿਰ ਝੁਕਾਇਆ ਉਹ ਬਖਸ਼ੇ ਗਏ, ਤੇ ਉਹਨਾਂ ਦੇ ਪਿੱਛੇ ਕਈ ਬਖਸ਼ੇਗਾ। ਅੱਜ ਇਤਿਹਾਸਕ ਦਿਹਾੜਾ ਵੀ ਉਹ ਸ਼ੁਰੂ ਹੁੰਦਾ ਇਹਨਾਂ ਦਿਨਾਂ 'ਚ। ਗੁਰੂ ਕੇ ਬਾਗ ਸਿੱਖ ਲੱਕੜਾਂ ਲੈਣ ਵਾਸਤੇ ਗਏ ਸਨ, ਤੇ ਮਹੰਤ ਨੇ ਗ੍ਰਿਫਤਾਰ ਕਰਵਾ ਕੇ ਦੂਜੇ ਦਿਨ ਕੈਦ ਵੀ ਕਰਵਾ ਦਿੱਤੇ। 12 ਅਗਸਤ ਨੂੰ ਮੋਰਚਾ ਇੱਥੋਂ ਸ਼ੁਰੂ ਹੋ ਗਿਆ ਸੀ ਤੇ ਨਵੰਬਰ ਤੱਕ ਚੱਲਿਆ ਸੀ। ਉਹ ਦਿਨ ਵੀ ਹਨ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਰਹਿ ਕੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਸਤਿਗੁਰਾਂ ਨੇ ਕਿਹਾ ਸੀ, ਭਾਈ ਮੇਰੇ ਸਿੱਖ ਸੇਵਾ ਕਰਨ ਵਾਲੇ ਜਿਹੜੇ ਨੇ, ਇਹਨਾਂ ਦੇ ਪਿੱਛੇ ਅਨੇਕਾਂ ਬਖਸ਼ੇ ਜਾਣਗੇ। ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰਨਾ ਜਿਹੜੇ ਬਖਸ਼ੇਗਾ, ਉਹਨਾਂ ਦੇ ਪਿੱਛੇ ਅਨੇਕਾਂ ਬਖਸ਼ੇਗਾ। ਉਹ ਸਾਡੀ ਜੀਵਾਂ ਦੀ ਗਿਣਤੀ ਨਹੀਂ ਕਰਦਾ, ਆਪਣਾ ਬਿਰਦ ਯਾਦ ਰੱਖਦਾ ਹੈ। ਹਾਂਜੀ, ਹਮਰੀ ਗਣਤ ਨਾ ਗਣੀਆਂ ਕਾਈ। ਹਮਰੀ ਦਾ ਅਰਥ ਹੋਇਆ ਸਾਡੀ ਚੀਮਾਂ ਦੀ ਗਿਣਤੀ ਨਹੀਂ ਕਰਦਾ ਕਿ ਇਹਨਾਂ ਕਰਮ ਕੈਸੇ ਕੈਸੇ ਕੀਤੇ। ਆਪਣਾ ਸੁਭਾਅ ਯਾਦ ਰੱਖਦਾ ਕਿ ਮੈਂ ਬਖਸ਼ੰਦ ਹਾਂ, ਮੈਂ ਬਾਪ ਹਾਂ, ਮੇਰੇ ਬਣਾਏ ਹੋਏ ਨੇ, ਮੇਰੇ ਸਿਰਜੇ ਹੋਏ ਨੇ, ਇਹ ਮੇਰੇ ਆਪਣੇ ਹਨ। ਇਹ ਬਿਰਦ ਯਾਦ ਰੱਖਦਾ ਕਿ ਮੈਂ ਇਹਨਾਂ ਨੂੰ ਬਖਸ਼ਣਾ ਹੈ। ਆਪਣਾ ਬਿਰਦ ਪਛਾਣ, ਆਪਣਾ ਬਿਰਦ ਯਾਦ ਰੱਖਦਾ। ਮੁੱਢ ਕਦੀਮਾਂ ਦਾ ਸੁਭਾਅ ਪਛਾਣ ਹੈ, ਉਹ ਯਾਦ ਰੱਖਦਾ, ਉਹ ਚੇਤੇ ਰੱਖਦਾ ਹੈ। ਹਾਥ ਦੇ ਰਾਖੀ ਕਰ ਆਪਣੇ, ਜਿਨ੍ਹਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਰੱਖ ਲਿਆ ਕਿ ਮੇਰੇ ਨੇ, ਇਹ ਆਪਣੇ ਹਨ, ਇਹ ਮੇਰੇ ਹਨ। ਸਦਾ ਸਦਾ ਰੰਗ ਮਾਣ, ਉਹ ਸਦਾ ਸਦਾ ਵਾਸਤੇ ਉਸ ਦਾ ਰੰਗ ਉਸ ਦਾ ਪਿਆਰ ਮਾਣਦੇ ਹਨ। ਪਿਆਰ ਉਹ ਹੀ ਮੰਨਦਾ, ਉਹਦਾ ਬਣ ਕੇ ਵੇਖੋ। ਉਹਦਾ ਪਿਆਰ ਉਹੀ ਮੰਨੇਗਾ ਜਿਹੜਾ ਉਸ ਦਾ ਹੋ ਜਾਏ। ਉਹ ਤੇ ਸਦਾ ਹੀ ਆਵਾਜ਼ਾਂ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੁਹਾਨੂੰ ਬੇਨਤੀ ਕਰਾਂ, ਅਕਾਲ ਪੁਰਖ ਸਾਨੂੰ ਸਦਾ ਹੀ ਉਡੀਕਦਾ, ਸਦਾ ਹੀ ਆਵਾਜ਼ਾਂ ਮਾਰਦਾ। ਇਹ ਬੰਦਾ ਹੀ ਆਵਾਜ਼ ਨਹੀਂ ਸੁਣਦਾ,
ਜੇ ਸੁਣ ਲਵੇ ਤੇ ਸਦਾ ਵਾਸਤੇ ਉਸ ਦਾ ਆਨੰਦ ਮਾਣਦਾ, ਉਸ ਦਾ ਪਿਆਰ ਮਾਣਦਾ ਹੈ। ਹਾਂਜੀ। ਸਾਚਾ ਸਾਹਿਬ ਸਦ ਮਿਹਰਬਾਨ। ਸੱਚਾ ਸਾਹਿਬ ਸਦਾ ਸਥਿਰ ਰਹਿਣ ਵਾਲਾ ਮਾਲਿਕ ਸਦਾ ਵਾਸਤੇ ਮਿਹਰਬਾਨ ਹੈ, ਹਰ ਵੇਲੇ ਮਿਹਰਬਾਨ। ਉਹਦੀਆਂ ਮਿਹਰਬਾਨੀਆਂ 'ਚ ਕਦੀ ਟੋਟਾ ਨਹੀਂ ਆਉਂਦਾ। ਹਾਂਜੀ। ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਬੰਨਾ ਰੋਕ ਪਾ ਦਿੱਤੀ, ਬੰਨਾ ਪਾ ਦਿੱਤਾ। ਵਕਾਰਾਂ ਦਾ ਹੜ ਆ ਰਿਹਾ ਸੀ, ਦੁੱਖਾਂ ਦਾ ਹੜ ਆ ਰਿਹਾ ਸੀ, ਅੱਗੇ ਬੰਨਾ ਪੈ ਗਿਆ। ਸੋਈ ਸਰਬ ਕਲਿਆਣ, ਸਾਰੀ ਤਰ੍ਹਾਂ ਸੁਖ ਸ਼ਾਂਤੀ ਆਨੰਦ ਹੋ ਗਿਆ, ਸੁਖ ਹੀ ਸੁਖ ਹੋ ਗਿਆ। ਹਾਂਜੀ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਵੇਖੋ ਇਸ ਦਾ ਕੋਈ ਅਸੀਂ ਮੁੱਲ ਦਿੱਤਾ ਕਿ ਸਰੀਰ ਮਾਂ ਦੇ ਗਰਭ ਵਿੱਚ ਸਾਜਿਆ ਤੇ ਵਿੱਚ ਜਿੰਦ ਪਾ ਦਿੱਤੀ। ਹਾਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜੀਉ ਪਾਏ, ਜੀਵ ਪਾ ਕੇ ਪਿੰਡ ਜਿਨ ਸਾਜਿਆ। ਪਿੰਡ ਸਰੀਰ, ਇਹ ਸਰੀਰ ਸਾਜਿਆ ਤੇ ਹੋਰ ਕਿਰਪਾ ਕੀਤੇ ਦਿੱਤਾ ਪਹਿਨਨ ਖਾਨ। ਕੇਵਲ ਮਨੁੱਖ ਹੀ ਐਸਾ ਹੈ ਜਿਹੜਾ ਕੱਪੜੇ ਪਾਉਂਦਾ ਤੇ ਖਾਂਦੇ ਤੇ ਸਭ ਨੇ, ਲੇਕਿਨ ਰਸੋਈ ਕੇਵਲ ਮਨੁੱਖ ਕੋਲ ਆ। ਕਿਸੇ ਪਸ਼ੂ ਪੰਖੀ ਨੇ ਰਸੋਈ ਨਹੀਂ ਬਣਾਈ। ਉਹਨਾਂ ਨੂੰ ਰਿੰਨਣਾ ਪਕਾਉਣਾ ਨਹੀਂ ਆਉਂਦਾ ਕਿ ਛੱਤੀ ਪਦਾਰਥ ਇਹ ਕਿਸ ਨੇ ਬਣਾ ਲਿਆ? ਮਨੁੱਖ ਨੇ। ਤੈਨੂੰ ਖਾਣ ਵਾਸਤੇ ਭੋਜਨ ਹੀ ਨਹੀਂ ਦਿੱਤਾ, ਖਾਣ ਦੀ ਜੁਗਤੀ ਵੀ ਦਿੱਤੀ, ਬਣਾਉਣ ਦੀ ਜੁਗਤੀ ਵੀ ਦਿੱਤੀ, ਤੈਨੂੰ ਪਹਿਨਣ ਲਈ ਬਸਤਰ ਦਿੱਤੇ, ਸਿਉਣ ਦਾ ਢੰਗ ਵੀ ਦੱਸ ਦਿੱਤਾ। ਇਹ ਕਿਸ ਨੇ ਦੱਸਿਆ? ਉਸਨੇ ਪਹਿਨਣ ਦਿੱਤਾ ਔਰ ਖਾਣ ਦਿੱਤਾ। ਹਾਂਜੀ। ਆਪਣੇ ਦਾਸ ਕੀ ਆਪ ਪੈਜ ਰਾਖੀ। ਹੋਰ ਬਖਸ਼ਿਸ਼ ਕੀਤੀ, ਆਪਣੇ ਸੇਵਕ ਦੀ ਪੈਜ ਵੀ ਆਪ ਹੀ ਰੱਖ ਲਈ, ਇੱਜ਼ਤ ਵੀ ਰੱਖੀ, ਅੱਜ ਤੱਕ ਰੱਖਦਾ ਆ ਰਿਹਾ। ਸਿੱਖਾਂ ਨੇ ਅਰਦਾਸ ਕੀਤੀ ਜਦੋਂ ਇੱਕੋ ਦਿਨ ਹੀ 30,000 ਸਿੱਖ ਸ਼ਹੀਦ ਹੋ ਗਿਆ ਕੁਪਰਹੀੜੇ ਦੇ ਮੈਦਾਨ ਵਿੱਚ। ਕਹਿਣ ਲੱਗੇ ਪੰਥ ਦੇ ਵਾਲੀਆ ਅੱਜ ਬਚਾ ਲੈ। पंथ की रही तो ग्रंथ की रहेगी नाथ, पंथ की ना रही तो ग्रंथ कौन मानेगो। रख ले इज्जत, उन्हें रखे सिख दी इज्जत हर थां ते इज्जत कि जिथे काल पवे, जिथे किते हड़ आ जाए, बीमारी पै जाए, सिख लंगर लगाउण लई, दुआइयां देण वास्ते, सेवा करन लई सिख सब तो अगे खड़ा हुंदा। इज्जत किसने देती? उस अकाल पुरख ने। खालसे की इज्जत किसने बनाई? उस मालिक ने। अपने दास की आप उसने इज्जत रख लई, आप उसने पत रख लई। हाँ जी। नानक सद कुर्बान। साहब कहते हैं मैं सदा ही उस तो कुर्बान जाना। वो सदा मेहरबान है, पहनन खाण दिता है। असी इंज करिए, खाइए भी गुरु की जुगती नाल ते पहनीए भी गुरु की जुगती नाल। जे किते खाना पहनना ही गुरु की जुगती नाल आ जाए ना, मेहरबान दियां मेहरबानियां सदा रहन गईयां और सुखी भी रहांगे, आनंदित भी रहांगे। गुरु साहब ने एक गल जरूर कही, उन्होंने कहा तू जदों दुखी होना ना मेरे कारण नहीं अपने कारण। एक पंक्ति पढ़ के समाप्त करा। वो ये है कि बीजे बिख मंगे अमृत वेखो ये न्याओ। बीजेगा तू जहर ते मंगेगा अमृत, ये कादा न्याय होया? तेनू जे मैं अमृत दिता है ते अमृत ही बीज। अमृत वर्गे कर्म करे, अमृत वर्गे बोल बोल, अमृत वर्गा सुख तेनू प्राप्त होवेगा। साचा साहिब सद मेहरबान, बंद पाया मेरा सतगुर पूरा, होई सर्ब कल्याण। आओ आखिरी पंक्तियां श्रवण करो, समाप्ति करिए जी। जियो पाए पिंड जिन साजया, दिता पैनन खाना।
ਆਪਣੇ ਦਾਸ ਕੀ ਆਪ ਪੈਜ ਰਾਖੇ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।